सन 2004 ਦੇ ਵਿੱਚ ਮੈਂ ਦੂਜੀ ਆਪਣੀ ਡਿਗਰੀ ਫਿਨਿਸ਼ ਕੀਤੀ। 2005 ਦੇ ਵਿੱਚ ਮੈਂ ਇੰਗਲੈਂਡ ਆਇਆ, ਵਿਆਹ ਕਰਾ ਕੇ ਇੰਗਲੈਂਡ ਆ ਗਿਆ ਸੀ। ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਬਣਦੀ ਆ ਕਿ ਮੈਂ ਆਪਣੇ ਫਾਦਰ ਸਾਹਿਬ ਦੀ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਦਿਮਾਗ 'ਚ ਬਿਠਾਈ ਹੋਈ ਸੀਗੀ। ਇੱਕ ਮਿਹਨਤ ਜ਼ਰੂਰ ਕਰਨੀ, ਦੂਸਰਾ ਹੈਗਾ ਕਿ ਆਪ ਕਦੇ ਵੀ ਗਲਤ ਪਾਸੇ ਜਾਣਾ ਨਹੀਂ, ਕਦੀ ਵੀ ਗਲਤ ਕੰਮ ਕਰਨਾ ਨਹੀਂ ਕੋਈ ਵੀ। ਬੜੇ ਚਾਂਸ ਹੋਏ, ਬੜੇ ਮੌਕੇ ਮਿਲੇ ਕਾਲਜ ਟਾਈਮ ਦੇ ਵਿੱਚ, ਯੂਨੀਵਰਸਿਟੀ ਟਾਈਮ ਦੇ ਵਿੱਚ, ਈਵਨ UK ਵਿੱਚ ਆ ਕੇ ਵੀ ਇੰਨੇ ਮੌਕੇ ਮਿਲੇ ਕਿ ਮੈਂ ਨਸ਼ਿਆਂ ਵੱਲ ਨੂੰ ਜਾ ਸਕਦਾ ਸੀ, ਜਿਹਨੂੰ ਅਸੀਂ ਹਾਰਡ ਡਰੱਗ ਕਹਿੰਦੇ ਹਾਂ। ਫਿਰ ਉਹੀ ਗੱਲ ਕਿ ਆਪਣੇ ਮਾਈਂਡ ਦੀ ਗੱਲ ਹੁੰਦੀ, ਤੁਸੀਂ ਆਪਣੇ ਮਾਈਂਡ ਨੂੰ ਸਟਰੋਂਗ ਰੱਖੋ ਜਿੰਨਾ ਹੋ ਸਕਦਾ। ਆਪਣੇ ਮਾਈਂਡ ਨੂੰ ਸਟਰੋਂਗ ਰੱਖੋ ਔਰ ਆਪਣੇ ਰੱਬ 'ਤੇ ਭਰੋਸਾ ਰੱਖੋ। ਬੜੇ ਮੌਕੇ ਮਿਲੇ ਜਾਂ ਬੜੇ ਲੋਕਾਂ ਨੇ ਮੈਨੂੰ ਕਿਹਾ ਆਹ ਕਰ ਲਾ, ਉਹ ਕਰ ਲਾ, ਇੱਦਾਂ ਆਹ ਚੀਜ਼ ਖਾਇਆ ਕਰ, ਆਹ ਖਾਇਆ ਕਰ। ਇੱਕ ਗਲਤੀ ਸੀਗੀ ਕਿ ਮੈਂ ਨਾ ਉਹ ਮੰਨਦਾ ਵੀ ਹਾਂ ਕਿ ਮੈਂ ਦਾਰੂ ਪੀ ਲੈਂਦਾ ਸੀ, ਕਦੇ ਕਦਾਈ ਦਾਰੂ ਪੀ ਲੈਣੀ। ਉਹ ਵੱਧ ਇੱਦਾਂ ਹੋ ਗਿਆ ਕਿ ਹਰ ਇੱਕ ਔਖੇ ਪਲ ਦੇ ਵਿੱਚ, ਹਰ ਇੱਕ ਸਟ੍ਰੈਸ ਵਾਲੇ ਟਾਈਮ 'ਚ ਇੱਕ ਇਹੀ ਗੱਲ ਲੱਭਦੀ ਸੀ ਕਿ ਜੇ ਔਖਾ ਟਾਈਮ ਜਾਂ ਜੇ ਮੈਨੂੰ ਸਟ੍ਰੈਸ ਆ ਜਾਂ ਮੇਰਾ ਟਾਈਮ ਗਲਤ ਚੱਲਦਾ ਤਾਂ ਮੈਂ ਸ਼ਰਾਬ ਪੀ ਕੇ ਉਹਦੇ ਸਮੱਸਿਆ ਦਾ ਹੱਲ ਚਾਹੁੰਦਾ ਹੁੰਦਾ ਸੀ। ਮਿਹਨਤ ਬਹੁਤ ਕੀਤੀ। ਇਹ ਗਲਤੀ ਸੀ। ਇੱਕ ਦੂਸਰੀ ਵੱਡੀ ਗਲਤੀ ਸੀਗੀ, ਜਦੋਂ ਔਖਾ ਟਾਈਮ ਸੀਗਾ ਤਾਂ ਮੈਂ ਉਧਾਰ ਪੈਸੇ ਬਹੁਤ ਫੜੇ। ਉਧਾਰ ਪੈਸੇ ਫੜਨ ਦੇ ਨਾਲ ਕਈ ਪ੍ਰੋਬਲਮਾਂ ਪੈਦਾ ਹੋਈਆਂ, ਸ਼ਰਾਬ ਨਾਲ ਵੀ ਹੋਈਆਂ, ਉਧਾਰ ਪੈਸੇ ਫੜਨ ਨਾਲ ਵੀ ਹੋਈਆਂ। ਬਾਅਦ 'ਚ ਮੈਨੂੰ ਸਮਝ ਲੱਗਾ, ਲੇਟ ਜਦੋਂ ਮੇਰਾ ਡਿਵੋਰਸ ਹੋਣ ਤੋਂ ਬਾਅਦ ਸਮਝ ਲੱਗਾ ਕਿ ਆਪਣੇ ਆਪ ਮਿਹਨਤ ਜਿੰਨੀ ਹੋ ਸਕਦੀ ਕਰੋ। ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਹਰ ਕੰਮ ਨੂੰ ਮੈਂ ਨਾ ਐਕਸਟ੍ਰੀਮਲੀ ਕਰਨ ਰਿਹਾ ਸੀਗਾ। ਪੜ੍ਹਾਈ ਕੀਤੀ ਉਹ ਵੀ ਐਕਸਟ੍ਰੀਮਲੀ ਕੀਤੀ, ਮਿਹਨਤ ਕੀਤੀ ਉਹ ਵੀ ਐਕਸਟ੍ਰੀਮਲੀ ਕੀਤੀ। ਇੱਕ ਵਾਰ ਫਿਰ ਦੁਬਾਰਾ ਜਦੋਂ ਮਿਹਨਤ ਸ਼ੁਰੂ ਕਰਤੀ, ਦੁਬਾਰਾ 2008-10 ਦੀ ਗੱਲ ਆ ਜਦੋਂ ਮੈਂ ਆਪਣਾ ਬਿਲਡਿੰਗ ਦਾ ਕੰਮ ਸ਼ੁਰੂ ਕੀਤਾ। ਬਿਲਡਿੰਗ ਦਾ ਕੰਮ ਸ਼ੁਰੂ ਕੀਤਾ ਸੀਗਾ ਕਿਸੇ ਦੇ ਨਾਲ ਹੈਲਪ ਕਰਨ ਤੋਂ। ਦਿਹਾੜੀ ਲਾਉਂਦਾ ਹੁੰਦਾ ਸੀ, 30 ਪਾਉਂਡ ਲੈਂਦਾ ਸੀ ਉਦੋਂ ਮੈਂ ਦਿਹਾੜੀ ਦੇ। ਉਹ ਮੈਂ ਇਸ ਕਰਕੇ ਕਰਦਾ ਸੀ ਕਿਉਂਕਿ ਮੇਰਾ ਮੁੰਡਾ ਛੋਟਾ ਮੇਰੇ ਕੋਲ ਸੀਗਾ, ਨਿੱਕਾ ਜਿਹਾ ਉਹ ਆ ਗਿਆ ਸੀ ਮੇਰੇ ਤੋਂ 4-5 ਸਾਲ ਦਾ ਮੇਰੇ ਖਿਆਲ ਦੇ ਨਾਲ। ਉਹਨੂੰ ਪਾਲਣ ਦੇ ਲਈ, ਉਹਦੀ ਦੇਖ ਰੇਖ ਕਰਨ ਦੇ ਲਈ ਮੈਨੂੰ ਫਿਰ ਫੁੱਲ ਟਾਈਮ ਜੋਬ ਛੱਡਣੀ ਪੈਣੀ ਸੀ। ਛੱਡਣੀ ਪੈ ਗਈ। ਸਭ ਤੋਂ ਪਹਿਲਾਂ ਕੰਮ ਸ਼ੁਰੂ ਕੀਤਾ ਮੈਂ ਕੇਟਰਿੰਗ ਦਾ, ਖਾਣਾ ਬਣਾਉਣ ਦਾ। ਛੋਟੀਆਂ ਪਾਰਟੀਆਂ ਫੜਨੀਆਂ ਸ਼ੁਰੂ ਕੀਤੀਆਂ। ਥੋੜ੍ਹੇ ਪੈਸੇ ਆਉਣੇ, ਪਰ ਉਹਨਾਂ ਹਨੇਰਾ ਬਹੁਤ ਹੋ ਜਾਂਦਾ ਸੀ, 11-12 ਵੱਜ ਜਾਂਦੇ ਸੀ ਮੈਨੂੰ। ਫਿਰ ਬੱਚੇ ਦਾ ਔਖਾ ਸੀਗਾ, ਫਿਰ ਉਹ ਵੀ ਕੰਮ ਛੱਡਣਾ ਪਿਆ। ਫਿਰ ਬਿਲਡਿੰਗ ਦਾ ਕੰਮ ਸ਼ੁਰੂ ਕੀਤਾ, ਹੌਲੀ ਹੌਲੀ ਪੇਂਟਿੰਗ ਡੈਕੋਰੇਸ਼ਨ ਤੋਂ ਸ਼ੁਰੂ ਕਰਕੇ ਫੁੱਲ ਫਲੈਜ ਬਿਲਡਿੰਗ ਤੱਕ ਪਹੁੰਚਾ। ਬਿਲਡਿੰਗ ਦੇ ਸਾਰੇ ਕੰਮ ਸਿੱਖੇ, ਟਾਇਲਿੰਗ ਸਿੱਖੀ, ਪਲੰਬਿੰਗ ਸਿੱਖੀ, ਇਲੈਕਟ੍ਰਿਕ ਦਾ ਸਿੱਖਿਆ, ਪਲਾਸਟਰਿੰਗ ਸਿੱਖੀ। ਸਾਰਾ ਕੁਝ ਸਿੱਖਣ ਤੋਂ ਬਾਅਦ ਮੈਂ ਆਪਣਾ ਕੰਮ ਸ਼ੁਰੂ ਕੀਤਾ। ਮਿਹਨਤ ਸਿੱਖੀ, ਪਰ ਆਪਣਾ ਕੰਮ ਸ਼ੁਰੂ ਕਰ ਲਿਆ ਤਾਂ ਉਹਦੇ ਵਿੱਚ ਫਾਇਦਾ ਹੋਣ ਲੱਗ ਪਿਆ, ਜ਼ਰੂਰੀ ਹੋ ਗਿਆ, ਵਧੀਆ ਹੋ ਗਿਆ। ਪਰ ਪਤਾ ਨਹੀਂ ਸੀ ਰੱਬ ਨੂੰ ਕੀ ਮਨਜ਼ੂਰ ਹੁੰਦਾ ਹੈ, ਜਾਂ ਸਾਨੂੰ ਪਤਾ ਨਹੀਂ ਹੁੰਦਾ ਕਿਸੇ ਨੂੰ ਵੀ। ਦਸੰਬਰ 2019 ਦੇ ਵਿੱਚ ਜਾ ਕੇ ਮੈਨੂੰ ਸਟ੍ਰੋਕ ਹੋਇਆ, ਜਿਹਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਹੈਮਰੇਜ ਕਹਿੰਦੇ, ਜਾ ਕੇ ਉਹਨੂੰ ਦਿਮਾਗ ਦੀ ਨਾੜ ਫਟ ਜਾਣਾ ਕਹਿੰਦੇ ਜਿਹਨੂੰ। ਉਹ ਹੋਇਆ ਤਾਂ ਬਹੁਤ ਭਿਆਨਕ ਹੋਇਆ ਉਹ ਕੰਮ। ਬ੍ਰੇਨ ਹੈਮਰੇਜ ਜਾਂ ਸਟ੍ਰੋਕ ਉਦੋਂ ਹੋਇਆ ਜਦੋਂ ਮੈਂ ਬਹੁਤ ਸਿਖਰ 'ਤੇ ਸੀਗਾ, ਆਪਣੀ ਮੰਜ਼ਿਲ ਦੇ ਲਾਗੇ ਸੀਗਾ ਪਹੁੰਚਾ ਹੋਇਆ। ਸਟ੍ਰੋਕ ਹੋਣ ਦੇ ਨਾਲ 1-1.5 ਮਹੀਨਾ ਮੈਂ ਹਸਪੀਟਲ ਦੇ ਵਿੱਚ ਕੋਮਾ ਵਿੱਚ ਰਿਹਾ। ਬਾਅਦ 'ਚ ਸਾਲ ਇੱਕ ਪੂਰਾ ਹਸਪੀਟਲ ਦੇ ਵਿੱਚ ਰੀਹੈਬ ਲਈ ਰਿਹਾ। ਵੱਡੀ ਗੱਲ ਸੀ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਉਹਨੇ ਮੈਨੂੰ ਬਚਾ ਲਿਆ ਉਸ ਟਾਈਮ 'ਤੇ। ਜਦੋਂ ਮੈਂ ਸਟ੍ਰੋਕ ਦੇ ਕੋਮਾ ਤੋਂ ਬਾਹਰ ਆਇਆ, ਜਦੋਂ ਉੱਠਿਆ ਸੀਗਾ ਨਾ, ਜਾਗ ਹੋਈ ਮਾੜੀ ਜੀ, ਤਾਂ ਉਸ ਵੇਲੇ ਮੈਂ ਆਪਣੇ ਆਪ ਨੂੰ ਇਹ ਡਿਟਰਮਿਨ ਕਰ ਲਿਆ ਸੀ ਵੀ ਨਹੀਂ, ਹੁਣ ਜਾਨ ਰੱਬ ਨੇ ਬਖਸ਼ੀ ਆ,
ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਦੁਹਰਾਉਣਾ ਨਹੀਂ ਹੈਗਾ। ਹੁਣ ਮਿਹਨਤ ਵੀ ਕਰਨੀ ਆ, ਜਿਹੜੇ ਕੰਮ 40 ਸਾਲ 'ਚ ਨਹੀਂ ਹੋਏ ਹੁਣ ਉਹ 4 ਸਾਲ 'ਚ ਕਰਨੇ ਆ। ਫਿਰ ਰੱਬ ਨੂੰ ਹਮੇਸ਼ਾ ਕੁਛ ਹੋਰ ਹੀ ਮਨਜ਼ੂਰ ਹੁੰਦਾ, ਆਪਾਂ ਕਹਿੰਦੇ ਆ, ਇਹ ਗੱਲ ਸੱਚੀ ਆ। 1 ਸਾਲ ਰੀਹੈਬ ਲੈਣ ਤੋਂ ਬਾਅਦ ਵੀ ਪੂਰਾ ਤੁਰ ਫਿਰ ਹੁੰਦਾ ਨਹੀਂ ਸੀ। ਔਰ ਮੈਨੂੰ ਹਸਪੀਟਲ ਨੇ ਘਰ ਇਸ ਕਰਕੇ ਇੱਦਾਂ ਭੇਜਿਆ ਸੀ ਕਹਿ ਕੇ ਕਿ ਤੂੰ ਹੁਣ ਵੀਲ ਚੇਅਰ 'ਤੇ ਰਹਿਣਾ, ਜ਼ਿਆਦਾ ਕੋਈ ਕੰਮ ਨਹੀਂ ਕਰਨਾ, ਕੋਈ ਵੀ ਤੈਨੂੰ ਲੋੜ ਨਹੀਂ ਹੈਗੀ, ਤੈਨੂੰ ਥੋੜ੍ਹੇ ਪੈਸੇ ਦੇਈ ਜਾਣੇ ਅਸੀਂ। ਜਿਹੜੇ ਇੰਗਲੈਂਡ 'ਚ ਗੌਰਮੈਂਟ ਪੈਸੇ ਦਿੰਦੀ ਹੁੰਦੀ ਤੂੰ ਉੱਤੇ ਆਪਣੀ ਲਾਈਫ ਕੱਢ ਸਕਦਾ। ਮੇਰੀ ਇਹ ਗੱਲਾਂ ਡਾਕਟਰ ਨਾਲ ਹੋਈਆਂ ਸੀ। ਪਰ ਉਸ ਦਿਨ ਵੀ ਮੈਂ ਡਾਕਟਰ ਨੂੰ ਕਿਹਾ, ਜਿਹੜਾ ਮੇਰਾ ਕੰਸਲਟੈਂਟ ਸੀਗਾ, ਮੈਂ ਉਹਨੂੰ ਸਾਫ਼ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਮੇਰੀ ਹੈਲਪ ਕੀਤੀ, ਪਰ ਇੱਥੇ ਮੈਂ ਬਸ ਕਰਨੀ ਨਹੀਂ, ਤੁਹਾਡੀ ਸਾਇੰਸ ਮੁੱਕ ਜਾਂਦੀ ਇੱਥੇ, ਪਰ ਮੇਰੀ ਸ਼ੁਰੂ ਹੋ ਜਾਂਦੀ ਹੁਣ। ਮੈਂ ਚੱਲਣਾ ਫਿਰਨਾ ਵੀ ਦੁਬਾਰਾ ਹੈਗਾ, ਮੈਂ ਸਾਰੇ ਕੰਮ ਵੀ ਦੁਬਾਰਾ ਕਰਨੇ, ਆਪਣਾ ਬਿਜ਼ਨਸ ਵੀ ਦੁਬਾਰਾ ਸ਼ੁਰੂ ਕਰਨਾ ਮੈਂ ਆਪਣਾ। ਜੇ ਮੈਂ ਝੂਠ ਨਾ ਬੋਲਾਂ ਤਾਂ ਇਸ ਟਾਈਮ ਦੇ ਵਿੱਚ ਮੇਰਾ ਸਟ੍ਰੋਕ ਦੇ ਟਾਈਮ ਦੇ ਵਿੱਚ 1.5 ਲੱਖ ਪਾਉਂਡ ਦਾ ਨੁਕਸਾਨ ਹੋ ਚੁੱਕਾ ਸੀ ਹੁਣ ਤੱਕ। ਚਾਹੇ ਮੇਰਾ ਚੱਲਦਾ ਹੋਇਆ ਕੰਮ ਹੋਵੇ, ਚਾਹੇ ਮੇਰੇ ਜਿਹੜੇ ਪੈਸੇ ਸੀਗੇ ਮੈਂ ਕੋਹ ਹੋਣ, ਚਾਹੇ ਜਿਹੜਾ ਮੇਰਾ 1 ਸਾਲ 2 ਸਾਲ ਵਿਹਲੇ ਰਹਿਣ ਦੇ ਨਾਲ ਨੁਕਸਾਨ ਹੋਇਆ ਉਹ ਵੱਖਰਾ ਸੀਗਾ। ਮਤਲਬ 1.5 ਲੱਖ ਪਾਉਂਡ ਦਾ ਨੁਕਸਾਨ ਹੋ ਚੁੱਕਾ ਸੀ। ਜਦੋਂ ਮੈਂ ਕੋਮਾ ਵਿੱਚ ਸੀਗਾ, ਜਦੋਂ ਹਸਪੀਟਲ ਸੀਗਾ, ਲੋਕਾਂ ਭਾਣੇ ਮੈਂ ਸੀਗਾ ਬੇਹੋਸ਼ ਜਾਂ ਮੈਂ ਸੀਗਾ, ਡਾਕਟਰ ਵੀ ਇਹ ਸਮਝਦੇ ਸੀ ਕਿ ਇਹਨੇ ਬਚਣਾ ਨਹੀਂ ਹੈਗਾ, ਇਹ ਬਸ ਇਹਨੇ ਛੁਪੀ ਗੱਲ। ਪਰ ਉਸ ਵੇਲੇ ਮੇਰੇ ਨਾਲ ਇੱਕ ਇਹੋ ਜਿਹੀ ਘਟਨਾ ਹੋਈ, ਜਦੋਂ ਸਟ੍ਰੋਕ ਹੋਣ ਤੋਂ ਬਾਅਦ ਮੈਂ ਬੇਹੋਸ਼ ਹੋਇਆ ਤਾਂ ਮੈਂ ਉਹ ਦੁਨੀਆ ਦੇਖੀ, ਰੱਬ ਨੇ ਉਹ ਦੁਨੀਆ ਦਿਖਾਈ ਜਿਹੜੀ ਕਦੀ ਮੈਂ ਆਪਣੇ ਲਾਈਫ 'ਚ ਪਹਿਲਾਂ ਵਿਟਨੈਸ 1 ਵਾਰ ਕੀਤੀ ਸੀ, ਦੁਬਾਰਾ ਉਦੋਂ ਕੀਤੀ ਜਦੋਂ ਮੈਨੂੰ ਸਟ੍ਰੋਕ ਹੋਇਆ। ਮੈਂ ਬਹੁਤ ਦੇਰ ਤੋਂ ਸਾਰਿਆਂ ਨੂੰ ਪਤਾ ਕਿ ਮੈਂ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਮੰਨਦਾ, ਹਮੇਸ਼ਾ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਚੱਲਣ ਦੀ ਟਰਾਈ ਕਰਦਾ ਹੁੰਦਾ। ਦੂਸਰੇ ਮੇਰੇ ਹੈਗੇ ਸੰਤ ਸਰਵਨਦਾਸ ਮਹਾਰਾਜ ਜੀ ਬੱਲਾਂ ਵਾਲੇ, ਜਿਨ੍ਹਾਂ ਨੂੰ ਮੈਂ ਹਮੇਸ਼ਾ ਆਪਣੇ ਮਨ ਤੋਂ ਮੰਨਿਆ, ਉਹਨਾਂ ਨੂੰ ਦਿਲ ਮਨ ਤੋਂ ਮੰਨਿਆ। ਜਿਹੜੇ ਮੇਰੇ ਜਾਣਕਾਰ ਉਹਨਾਂ ਸਭ ਨੂੰ ਪਤਾ ਕਿ ਮੈਂ ਮੱਥੇ ਟੇਕਣ ਵਿੱਚ ਵਿਸ਼ਵਾਸ ਕਰਦਾ ਹੀ ਨਹੀਂ ਬਿਲਕੁਲ। ਮੈਂ ਰਿਐਲਿਟੀ ਨੂੰ ਐਕਸੈਪਟ ਕਰਦਾ ਹੁੰਦਾ ਔਰ ਇਹ ਗੱਲ ਨੂੰ ਮੰਨਦਾ ਕਿ ਜੇ ਤੁਸੀਂ ਮਿਹਨਤ ਕਰੋਗੇ ਤਾਂ ਕਾਮਯਾਬ ਹੋਵੋਗੇ। ਪੜ੍ਹਾਈ ਅਤੇ ਮਿਹਨਤ, ਪੜ੍ਹਾਈ ਅਤੇ ਦਿਮਾਗ 2 ਚੀਜ਼ਾਂ ਜਿਹਨੇ ਤੁਹਾਨੂੰ ਕਾਮਯਾਬ ਕਰਦੀਆਂ। ਹਸਪੀਟਲ ਤੋਂ ਘਰ ਆਉਣ ਤੋਂ ਬਾਅਦ ਮੈਂ ਕਨਫਿਊਜ਼ਨ ਵਿੱਚ ਚਲਾ ਗਿਆ, ਬਹੁਤ ਜ਼ਿਆਦਾ ਕਨਫਿਊਜ਼ਨ ਇਸ ਗੱਲ ਦੀ ਹੋਈ ਕਿ ਜੋ ਮੇਰੇ ਨਾਲ ਬੇਹੋਸ਼ੀ ਵਿੱਚ ਹੋਇਆ ਸੀ, ਜੋ ਮੇਰੇ ਨਾਲ ਹਸਪੀਟਲ ਵਿੱਚ ਹੋਇਆ ਸੀ ਬੇਹੋਸ਼ੀ, ਜੋ ਮੈਨੂੰ ਰੱਬ ਨੇ ਦਿਖਾਇਆ ਉਹ ਬਹੁਤ ਅਚੰਭੇ ਵਾਲਾ ਸੀ। ਉਹ ਕੋਈ ਆਮ ਬੰਦਾ ਸੱਚੀ ਨਹੀਂ ਸਾਂਭ ਸਕਦਾ, ਮੇਰੇ ਖਿਆਲ ਦੇ ਨਾਲ ਨਹੀਂ ਸਾਂਭ ਸਕਦਾ ਕੋਈ ਇਨਸਾਨ ਵੀ। ਉਸ ਤੋਂ ਬਾਅਦ ਕਨਫਿਊਜ਼ਨ ਵਿੱਚ ਮੈਂ ਬਹੁਤ ਕੁਛ ਕੀਤਾ, ਬਹੁਤ ਗਲਤੀਆਂ ਕੀਤੀਆਂ। ਕਈਆਂ ਨੂੰ ਫੋਨ ਕਰ ਹੋਏ, ਕਿਸੇ ਨੂੰ ਮੈਸੇਜ ਕਰ ਹੋਏ, ਜੋ ਕਰ ਉਹ ਕਰ, ਕਈ ਕੁਛ ਹੋਇਆ। ਪਰ ਇੱਕ ਡਿਟਰਮੀਨੇਸ਼ਨ ਮੇਰੇ ਵਿੱਚ ਸੀਗੀ ਕਿ ਮੈਂ ਆਪਣੇ ਕੰਮ ਨੂੰ ਛੱਡਣਾ ਨਹੀਂ ਕਰਨਾ। ਉਹਦੇ ਲਈ ਮੈਂ ਇੰਡੀਆ ਦੇ ਵਿੱਚ ਆਪਣਾ ਇੱਕ DTV ਦੇ ਨਾਂ 'ਤੇ ਜਿਹੜਾ ਸ਼ੁਰੂ ਕੀਤਾ, ਉਹ ਇਸ ਕਰਕੇ ਸ਼ੁਰੂ ਕੀਤਾ ਕਿ ਆਪਣੇ ਦਿਮਾਗ ਨੂੰ ਦੁਬਾਰਾ ਉਸ ਲੈਵਲ 'ਤੇ ਲੈ ਕੇ ਜਾਣਾ ਮੈਂ, ਜੋ ਮਰਜ਼ੀ ਹੋਵੇ। ਨਾਲ ਨਾਲ ਮੈਂ ਬੁੱਕਸ ਲਿਖਣੀਆਂ ਸ਼ੁਰੂ ਕੀਤੀਆਂ, 1-2 ਬੁੱਕਸ ਮੇਰੀਆਂ ਪਬਲਿਸ਼ਿੰਗ ਦੇ ਵਿੱਚ ਹੈਗੀਆਂ ਪਈਆਂ। ਜਦੋਂ ਵੀ ਪਬਲਿਸ਼ ਹੋ ਗਈਆਂ ਸਾਰਿਆਂ ਨੂੰ ਜ਼ਰੂਰ ਦੇਵਾਂਗੇ, ਜ਼ਰੂਰ ਤੁਹਾਨੂੰ ਪੜ੍ਹਨ ਨੂੰ ਦੇਵਾਂਗੇ, ਪੜ੍ਹ ਕੇ ਦੇਖਿਓ, ਕੋਈ ਨਹੀਂ। ਸੋ ਮੇਰਾ ਇੱਥੇ ਇੰਨੀ ਗੱਲ ਸਮਝਾਉਣ ਦਾ ਫਾਇਦਾ ਮਤਲਬ ਸੀਗਾ ਦੱਸਣ ਦਾ, ਮਿਹਨਤ ਜ਼ਰੂਰ ਕਰੋ, ਜੋ ਖਾਣਾ ਪੀਣਾ ਖਾਓ, ਪਰ ਖਾਓ ਲਿਮਿਟ ਵਿੱਚ, ਕੋਈ ਚੀਜ਼ ਵੀ ਐਕਸੈਸਿਵ ਨਾ ਖਾਓ। ਜਿਹੜੀ ਮਿਹਨਤ ਹੈ ਉਹ ਵੀ ਇੰਨੀ ਐਕਸੈਸਿਵ ਨਾ ਕਰੋ ਕਿ ਤੁਹਾਡੇ ਸਰੀਰ ਖਰਾਬ ਹੋ ਜਾਵੇ। ਮੇਰਾ ਮਿਹਨਤ ਕਰਨ ਦਾ ਜਿਹੜਾ ਤਰੀਕਾ ਸੀ ਉਹ ਗਲਤ ਸੀਗਾ, ਮੈਂ ਮੰਨਦਾ ਇਸ ਗੱਲ ਨੂੰ ਹੁਣ। 7 ਦੇ 7 ਦਿਨ ਕੰਮ ਕਰੀ ਜਾਣਾ, ਦਿਨ ਰਾਤ ਕੰਮ ਕਰੀ ਜਾਣਾ, ਖਾਣਾ ਪੀਣਾ ਕੋਈ ਬਾਹਲਾ ਹੈ ਨਹੀਂ, ਜਦੋਂ ਟੈਨਸ਼ਨ ਹੋਣੀ ਤਾਂ ਗਲਾਸੀਆਂ 4 ਪੀ ਕੇ ਸੌਂ ਜਾਣਾ। ਇਹ ਕੋਈ ਅਕਲ ਵਾਲੀ ਗੱਲ ਨਹੀਂ ਸੀ ਮੇਰੇ ਲਈ ਬਿਲਕੁਲ ਹੀ। ਬਹੁਤ ਸਾਰੇ ਰਿਸ਼ਤਿਆਂ ਤੋਂ ਮੈਂ ਦੂਰ ਹੋ ਗਿਆ ਸੀ, ਜਿਹੜੇ ਮੇਰੇ ਰਿਸ਼ਤੇਦਾਰ ਹੋਏ ਜਾਂ ਮੇਰੇ ਭੈਣਾਂ ਭਰਾ ਸੀਗੇ, ਮੈਂ ਇੱਕ ਡਿਸਟੈਂਸ ਪਾ ਲਿਆ ਸੀ ਕਾਫੀ। ਮੈਂ ਉਹ ਮੰਨਦਾ ਕਿ ਉਹ ਮੇਰੀ ਗਲਤੀ ਸੀਗੀ, ਉਹ ਕੋਈ ਬੰਦਾ ਕਰੇ ਨਾ ਆਪਣੇ ਪਰਿਵਾਰ ਦੇ ਨਾਲ, ਆਪਣੇ ਰਿਸ਼ਤਿਆਂ ਦੇ ਨਾਲ। ਇਹ ਗਲਤੀ ਕੋਈ ਵੀ ਨਾ ਕਰੇ ਪਲੀਜ਼। ਅਗਲੀ ਗੱਲ, ਅਗਲੇ
ਐਪੀਸੋਡ ਵਿੱਚ ਕਰਾਂਗੇ ਕਿਵੇਂ ਕਿਵੇਂ ਕੀ ਹੋਇਆ, ਕਿੱਦਾਂ ਪੜ੍ਹਾਈ ਕੀਤੀ, ਇੰਗਲੈਂਡ ਵਿੱਚ ਜਾ ਕਿਹੜੇ ਕੰਮ ਕਰਨ ਤੋਂ ਬਾਅਦ ਕਿੱਥੇ ਪਹੁੰਚੇ, ਸਾਰਾ ਕੁਝ ਦੱਸਾਂਗੇ। ਬਰਮਿੰਘਮ ਤੋਂ ਕੋਵੈਂਟਰੀ ਕਿੱਦਾਂ ਆਇਆ, ਕੋਵੈਂਟਰੀ ਕਿਉਂ ਰਿਹਾ, ਕੋਵੈਂਟਰੀ 'ਚ ਮੈਂ ਕੀ ਕੀਤਾ, ਕੋਵੈਂਟਰੀ ਮੈਨੂੰ ਲਿਆਉਣ ਵਾਲਾ ਕੌਣ ਸੀਗਾ, ਸਾਰਾ ਕੁਝ ਆਪਾਂ ਕਲੀਅਰ ਜ਼ਰੂਰ ਕਰਾਂਗੇ। ਡੋਂਟ ਵਰੀ, ਥੈਂਕ ਯੂ ਵੈਰੀ ਮਚ।